साखी का हिंदी वर्जन देखने के लिए डिस्क्रिप्शन देखें। एक जग्गा जट नामक व्यक्ति सन जो ईश्वर विच बहुत विश्वास रखते सन। एक दिन उन्हां नूं साध संगत विच जाण दा सुभाग प्राप्त होया। उत्थे उन्हां नूं ज्ञात होया कि प्रभु ने सानू मनुखा सरीर इस लई प्रदान कीता है कि असी चिंतन मन नाल अपने आवागमन दे चक्कर नूं समाप्त करके वापस प्रभु चरना विच समा के उस विच विलीन भाव अभेद हो जाइए। बस फिर की सी, उन्हां दे मन विच वैराग पैदा हो गया। ਉਹ ਪ੍ਰਭੂ ਭਜਨ ਕਰਨ ਲੱਗੇ ਜਿਸ ਨਾਲ ਉਹਨਾਂ ਨੂੰ 84 ਲੱਖ ਜੂਨੀਆਂ ਭੋਗਣ ਦਾ ਭੈ ਸਮਾਪਤ ਹੋ ਜਾਵੇਗਾ। ਪਰ ਉਹਨਾਂ ਦੇ ਕੁਝ ਮਿੱਤਰਾਂ ਨੇ ਸਮਝਾਇਆ, ਉਹ ਭਾਈ ਜੱਗਾ, ਬਿਨਾ ਗੁਰੂ ਦੇ ਪਰਮਾਤਮਾ ਨਹੀਂ ਮਿਲ ਸਕਦਾ। ਗੁਰੂ ਧਾਰਨ ਕਰਕੇ ਅਤੇ ਗੁਰੂ ਦੀਕਸ਼ਾ ਪਾ ਕੇ ਹੀ ਪਰਮਾਤਮਾ ਨੂੰ ਪਾਇਆ ਜਾ ਸਕਦਾ ਹੈ। ਇਹ ਗੱਲ ਉਹਨਾਂ ਦੇ ਮਨ ਵਿੱਚ ਵਸ ਗਈ। ਉਹ ਵਿਚਾਰਨ ਲੱਗੇ ਕਿ ਸੱਚ ਦੇ ਮਾਰਗ ਤੇ ਚੱਲਣ ਦੇ ਲਈ ਕਿਸੇ ਸਤ ਪੁਰਖ ਨੂੰ ਧਾਰਨਾ ਜ਼ਰੂਰੀ ਹੈ ਜਿਸ ਨਾਲ ਮੇਰੇ ਮਨ ਦੀ ਕਾਮਨਾ ਪੂਰੀ ਹੋ ਜਾਵੇ। ਐਸੇ ਧੁਨ ਵਿੱਚ ਉਹ ਸਤਿਗੁਰ ਦੀ ਖੋਜ ਵਿੱਚ ਘੁੰਮਣ ਲੱਗੇ। ਇੱਕ ਦਿਨ ਉਹਨਾਂ ਨੂੰ ਇੱਕ ਯੋਗੀ ਸੰਨਿਆਸੀ ਮਿਲਿਆ ਜੋ ਗ੍ਰਹਿਸਥ ਤਿਆਗ ਕੇ ਜੰਗਲ ਭਟਕਦਾ ਫਿਰ ਰਿਹਾ ਸੀ ਅਤੇ ਭੁੱਖ ਦੀ ਪੂਰਤੀ ਦੇ ਲਈ ਦਰ ਜਾ ਕੇ ਅਲਖ ਨਿਰੰਜਨ ਕਹਿ ਕੇ ਭਿਖਿਆ ਮੰਗ ਰਿਹਾ ਸੀ। ਉਸਨੇ ਜੱਗਾ ਜੀ ਨੂੰ ਦੁਵਿਧਾ ਵਿੱਚ ਪਾ ਦਿੱਤਾ ਅਤੇ ਕਿਹਾ, ਜੇਕਰ ਪ੍ਰਭੂ ਦੇ ਮਿਲਣ ਦੀ ਇੱਛਾ ਰੱਖਦੇ ਹੋ ਤਾਂ ਸੰਨਿਆਸੀ ਲੈਣਾ ਜ਼ਰੂਰੀ ਹੈ, ਕਿਉਂਕਿ ਗ੍ਰਸਥ ਜੀਵਨ ਵਿੱਚ ਪ੍ਰਭੂ ਪ੍ਰਾਪਤੀ ਨਹੀਂ ਹੋ ਸਕਦੀ, ਕਦੇ ਵੀ ਨਹੀਂ ਹੋ ਸਕਦੀ। ਇਹ ਸਭ ਸੁਣ ਕੇ ਜੱਗਾ ਜੀ ਵਿਚਲਿਤ ਨਹੀਂ ਹੋਏ ਕਿਉਂਕਿ ਉਹਨਾਂ ਨੂੰ ਯਾਦ ਆ ਗਿਆ ਕਿ ਗੁਰੂ ਨਾਨਕ ਦੇਵ ਜੀ ਪੂਰਨ ਗੁਰੂ ਹੋਏ ਹਨ ਜਦੋਂ ਕਿ ਉਹ ਗ੍ਰਸਤੀ ਵਿੱਚ ਸਨ ਅਤੇ ਉਹਨਾਂ ਨੇ ਗ੍ਰਸਤ ਵਿੱਚ ਵੀ ਪ੍ਰਾਪਤੀਆਂ ਹੋਣ ਦਾ ਉਪਦੇਸ਼ ਦਿੱਤਾ ਹੈ। ਕਿਉਂ ਨਾ ਮੈਂ ਉਹਨਾਂ ਤੋਂ ਹੀ ਦਿਖਿਆ ਲੈ ਲਵਾਂ। ਉਹ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਚੱਲ ਪਏ। ਰਸਤੇ ਵਿੱਚ ਉਹਨਾਂ ਨੂੰ ਪਤਾ ਲੱਗਾ ਕਿ ਗੁਰੂ ਜੀ ਆਪ ਤਾਂ ਜੋਤੀ ਜੋਤ ਸਮਾ ਚੁੱਕੇ ਹਨ, ਪਰ ਉਹਨਾਂ ਦਾ ਪਰਮ ਸੇਵਕ ਭਾਈ ਲੈਣਾ ਅੱਜ ਕੱਲ ਉਹਨਾਂ ਦੇ ਉੱਤਰਾਧਿਕਾਰੀ ਦੇ ਰੂਪ ਵਿੱਚ ਗੁਰੂ ਅੰਗਦ ਦੇਵ ਜੀ ਦਾ ਰੂਪ ਲੈ ਕੇ ਖਡੂਰ ਨਗਰ ਵਿੱਚ ਮਾਨਵ ਕਲਿਆਣ ਦੇ ਕਾਰਜ ਕਰ ਰਹੇ ਹਨ। ਉਹਨਾਂ ਨੇ ਆਪਣਾ ਰਸਤਾ ਬਦਲ ਕੇ ਖਡੂਰ ਨਗਰ ਵੱਲ ਪ੍ਰਸਥਾਨ ਕੀਤਾ। ਖਡੂਰ ਵਿੱਚ ਗੁਰੂ ਜੀ ਨੇ ਉਹਨਾਂ ਦਾ ਹਾਰਦਿਕ ਸਵਾਗਤ ਕੀਤਾ ਅਤੇ ਸੇਵਾ ਕਰਨ ਲਈ ਕਿਹਾ। ਜੱਗਾ ਜੀ ਆਗਿਆ ਪਾਉਂਦੇ ਹੀ ਸੰਗਤ ਦੀ ਸੇਵਾ ਵਿੱਚ ਜੁਟ ਗਏ ਅਤੇ ਨਿਸ਼ਕਾਮ ਸੇਵਾ ਦੇ ਨਾਲ ਹਿਰਦੇ ਵਿੱਚ ਸਿਮਰਨ ਵੀ ਕਰਨ ਲੱਗੇ। ਸੇਵਾ ਕਰਦੇ ਕਰਦੇ ਬਹੁਤ ਦਿਨ ਹੋ ਗਏ। ਇੱਕ ਦਿਨ ਗੁਰੂ ਜੀ ਲੰਗਰ ਵਿੱਚ ਪਧਾਰੇ ਤਾਂ ਉਹਨਾਂ ਨੇ ਦੇਖਿਆ ਕਿ ਭਾਈ ਜੱਗਾ ਜੀ ਲੰਗਰ ਵਿੱਚ ਬੜੀ ਮਿਹਨਤ ਨਾਲ ਜਲ ਭਰਨ ਦੀ ਸੇਵਾ ਵਿੱਚ ਹਮੇਸ਼ਾ ਤਤਪਰ ਰਹਿੰਦੇ ਸਨ। ਉਹਨਾਂ ਦੀ ਸੇਵਾ ਦੇਖ ਕੇ ਗੁਰੂ ਜੀ ਨੇ ਉਹਨਾਂ ਨੂੰ ਆਪਣੇ ਕੰਠ ਨਾਲ ਲਗਾਇਆ ਅਤੇ ਕਿਹਾ, ਜੋ ਵਿਅਕਤੀ ਅਧਿਆਤਮਕ ਪ੍ਰਾਪਤੀਆਂ ਚਾਹੁੰਦਾ ਹੈ ਉਹ ਮਾਨਵ ਸੇਵਾ ਵਿੱਚ ਜੁਟ ਜਾਂਦਾ ਹੈ ਅਤੇ ਹਰ ਪ੍ਰਾਣੀ ਵਿੱਚ ਉਸ ਦਾ ਵਾਸ ਦੇਖਦਾ ਹੈ। ਜੇਕਰ ਅਜਿਹਾ ਕਰਨ ਵਿੱਚ ਕੋਈ ਸਫਲ ਹੋ ਜਾਂਦਾ ਹੈ ਤਾਂ ਜਾਣ ਲਵੋ ਉਸ ਵਿਅਕਤੀ ਦਾ ਹਿਰਦਾ ਪਵਿੱਤਰ ਹੋ ਚੁੱਕਾ ਹੈ। ਕਣ ਕਣ ਵਿੱਚ ਪ੍ਰਭੂ ਦਿਖਾਈ ਦਿੰਦਾ ਹੈ। ਬਸ ਇਹ ਪਹਿਲੀ ਮੰਜ਼ਿਲ ਹੈ ਉਸ ਈਸ਼ਵਰ ਨੂੰ ਮਿਲਣ ਦੇ ਲਈ। ਫਿਰ ਅੱਗੇ ਪ੍ਰਾਪਤੀਆਂ ਹੁੰਦੀਆਂ ਹੀ ਜਾਣਗੀਆਂ। ਇਹ ਸਭ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਦਾ ਸਹਿਜ ਮਾਰਗ ਹੈ। ਇਸ ਵਿੱਚ ਕੁਝ ਵੀ ਕਠਿਨਾਈ ਨਹੀਂ ਹੈ। ਨਾ ਘਰ ਦਾ ਤਿਆਗ ਕਰਨ ਦੀ ਜ਼ਰੂਰਤ ਹੈ ਤੇ ਨਾ ਹੀ ਕਠਿਨ ਸਾਧਨਾ ਕਰਨੀ ਪੈਂਦੀ ਹੈ। ਨਾ ਨੰਗੇ ਰਹਿਣਾ ਪੈਂਦਾ ਹੈ, ਨਾ ਭਿੱਖਿਆ ਮੰਗਣੀ ਪੈਂਦੀ ਹੈ, ਨਾ ਦਰ ਦੀਆਂ ਠੋਕਰਾਂ ਖਾਣੀਆਂ ਪੈਂਦੀਆਂ ਹਨ। ਕੇਵਲ ਮਾਇਆ ਵਿੱਚ ਰਹਿੰਦੇ ਹੋਏ ਮਾਇਆ ਤੋਂ ਨਿਵਿਰਤ ਰਹਿਣਾ ਪੈਂਦਾ ਹੈ। ਜਿਵੇਂ ਕਮਲ ਦਾ ਫੁੱਲ ਚਿੱਕੜ ਵਿੱਚ ਰਹਿੰਦੇ ਹੋਏ ਵੀ ਚਿੱਕੜ ਵਿੱਚ ਲਿਪਤ ਨਹੀਂ ਹੁੰਦਾ। ਇਹ ਸਭ ਸੁਣ ਕੇ ਭਾਈ ਜੱਗਾ ਜੀ ਬਹੁਤ ਪ੍ਰਸੰਨ ਹੋਏ। ਉਹਨਾਂ ਨੇ ਆਪਣੀ ਜਗਿਆਸਾ ਸ਼ਾਂਤ ਕਰਨ ਦੇ ਲਈ ਪ੍ਰਸ਼ਨ ਪੁੱਛਿਆ, ਜੋ ਲੋਕੀ ਘਰ-ਬਾਰ ਤਿਆਗ ਕਰ ਸੰਨਿਆਸੀ ਜੀਵਨ ਜਿਉਂਦੇ ਹਨ, ਕੀ ਉਨ ਲੋਕਾਂ ਨੂੰ ਸਾਡੇ ਤੋਂ ਜ਼ਿਆਦਾ ਅਧਿਆਤਮਿਕ ਜੀਵਨ ਪ੍ਰਾਪਤ ਹੁੰਦਾ ਹੈ? ਕੀ ਉਹ ਪ੍ਰਭੂ ਤੇ ਜ਼ਿਆਦਾ ਕਰੀਬ ਹੁੰਦੇ ਹਨ? ਇਸ ਪ੍ਰਸ਼ਨ ਤੇ ਗੁਰੂ ਜੀ ਨੇ ਉਹਨਾਂ ਨੂੰ ਸਮਝਾਇਆ, ਪ੍ਰਾਪਤੀਆਂ ਉਹੀ ਹਨ ਜਿੱਥੇ ਕੁਦਰਤ ਦੇ ਨਿਯਮਾਂ ਨੂੰ ਮੰਨ ਕੇ ਉਸ ਅਨੁਸਾਰ ਜੀਵਨ ਢਾਲਿਆ ਜਾਵੇ। ਜਿੱਥੇ ਪ੍ਰਕਿਰਤੀ ਦਾ ਵਿਰੋਧ ਹੋਵੇਗਾ, ਹੱਠ ਹੋਵੇਗਾ, ਉੱਥੇ ਵਿਨਾਸ਼ ਹੋਵੇਗਾ। ਕਿਉਂਕਿ ਗ੍ਰਸਥ ਆਸ਼ਰਮ ਪ੍ਰਕਿਰਤੀ ਦਾ ਮਾਰਗ ਹੈ, ਇਸ ਲਈ ਇਸ ਵਿੱਚ ਸਾਰਾ ਕੁਝ ਫਲੀਭੂਤ ਹੁੰਦਾ ਹੈ। ਜੋ ਲੋਕ ਸੰਨਿਆਸ ਲੈਂਦੇ ਹਨ ਉਹ ਆਪਣੀ ਜੀਵਿਕਾ ਦਾ ਭਾਰ ਵੀ ਗ੍ਰਸਤੀਆਂ ਤੇ ਪਾ ਦਿੰਦੇ ਹਨ, ਜਿਸ ਵਿੱਚ ਸਮਾਜਿਕ ਕਠਿਨਾਈਆਂ ਪੈਦਾ ਹੁੰਦੀਆਂ ਹਨ। ਜੇਕਰ ਕੋਈ ਸੱਚਾ ਸੰਨਿਆਸੀ ਕੁਝ ਪ੍ਰਾਪਤ ਕਰਦਾ ਹੈ
ਤਾਂ ਉਹ ਆਪਣੀ ਉਦਾਰ ਪੂਰਤੀ ਦੇ ਬਦਲੇ ਵਿੱਚ ਸਭ ਕੁਝ ਗ੍ਰਸਤੀਆਂ ਵਿੱਚ ਵੰਡ ਦਿੰਦਾ ਹੈ। ਆਪ ਫਿਰ ਉਦਾਂ ਦਾ ਉਦਾਂ ਹੀ ਰਹਿੰਦਾ ਹੈ, ਬਿਲਕੁਲ ਉਵੇਂ ਜਿਵੇਂ ਘਾਹ ਪਾ ਕੇ ਅਸੀਂ ਗਾਂ ਤੋਂ ਦੁੱਧ ਲੈਂਦੇ ਹਾਂ। ਉਸੇ ਤਰ੍ਹਾਂ ਉਸ ਸੰਨਿਆਸੀ ਨੂੰ ਭੋਜਨ ਦੇ ਕੇ ਗ੍ਰਸਤੀ ਉਸ ਤੋਂ ਸਾਰੀਆਂ ਅਧਿਆਤਮਕ ਪ੍ਰਾਪਤੀਆਂ ਲੈ ਜਾਂਦੇ ਹਨ। ਦੂਜੇ ਪਾਸੇ ਗੁਰੂ ਅਮਰਦਾਸ ਜੀ ਸੱਚੇ ਗੁਰੂ ਦੀ ਭਾਲ ਵਿੱਚ ਸਨ। ਉਹਨਾਂ ਦਾ ਪ੍ਰਕਾਸ਼ ਜਨਮ ਜ਼ਿਲ੍ਹਾ ਅੰਮ੍ਰਿਤਸਰ ਪਿੰਡ ਬਾਸਰਕੇ ਵਿੱਚ 5 ਮਈ 1479 ਵਿੱਚ ਪਿਤਾ ਤੇਜਭਾਨ ਜੀ ਦੇ ਘਰ ਅਤੇ ਮਾਤਾ ਲక్ష్ਮੀ ਜੀ ਦੇ ਕੁੱਖੋਂ ਹੋਇਆ। ਉਹਨਾਂ ਦਾ ਵਿਆਹ ਸ਼੍ਰੀ ਦੇਵੀ ਚੰਦ ਜੀ ਦੀ ਸਪੁੱਤਰੀ ਮਨਸਾ ਦੇਵੀ ਜੀ ਦੇ ਨਾਲ ਸੰਪੰਨ ਹੋਇਆ। ਉਹਨਾਂ ਦੀਆਂ 4 ਸੰਤਾਨਾਂ ਹੋਈਆਂ, ਸਪੁੱਤਰ ਮੋਹਨ ਜੀ, ਮੋਰੀ ਜੀ, ਸਪੁੱਤਰੀਆਂ ਬੀਬੀ ਦਾਨੀ ਜੀ, ਬੀਬੀ ਭਾਨੀ ਜੀ। ਅਮਰਦਾਸ ਜੀ ਸ਼ੁਰੂ ਦੇ ਜੀਵਨ ਵਿੱਚ 40 ਸਾਲਾਂ ਦੀ ਉਮਰ ਤੱਕ ਖੇਤੀਬਾੜੀ ਤੇ ਆਧਾਰਿਤ ਵਪਾਰ ਕਰਦੇ ਰਹੇ। ਉਸ ਪਿੱਛੋਂ ਉਹਨਾਂ ਨੇ ਇਹ ਕੰਮ ਆਪਣੇ ਪੁੱਤਰਾਂ ਨੂੰ ਸੌਂਪ ਕੇ ਆਪ ਅਧਿਆਤਮਕ ਪ੍ਰਾਪਤੀ ਤੇ ਦ੍ਰਿੜ ਨਿਸ਼ਚੇ ਨਾਲ ਹਰ ਸਾਲ ਗੰਗਾ ਇਸ਼ਨਾਨ ਦੇ ਲਈ ਹਰਿਦੁਆਰ ਜਾਣਾ ਆਰੰਭ ਕਰ ਦਿੱਤਾ। ਲਗਭਗ ਇਹ ਕਾਰਜ 20 ਸਾਲਾਂ ਤੱਕ ਚੱਲਦਾ ਰਿਹਾ। ਇੱਕ ਵਾਰ ਯਾਤਰਾ ਦੇ ਦੌਰਾਨ ਉਹਨਾਂ ਨੂੰ ਵੈਸ਼ਨਵ ਸਾਧੂ ਮਿਲਿਆ ਜੋ ਉਹਨਾਂ ਦੇ ਕਾਫਲੇ ਵਿੱਚ ਸ਼ਾਮਿਲ ਹੋ ਗਿਆ। ਉਹਨਾਂ ਦੇ ਮధుਰ ਵਿਵਹਾਰ ਨੇ ਉਹਨਾਂ ਦਾ ਮਨ ਮੋਹ ਲਿਆ। ਉਹ ਉਹਨਾਂ ਦੀ ਨਿਕਟਤਾ ਪ੍ਰਾਪਤ ਕਰਕੇ ਉਹਨਾਂ ਦੇ ਹੱਥ ਦਾ ਤਿਆਰ ਭੋਜਨ ਕਰਨ ਲੱਗੇ। ਵਾਪਸ ਆਉਂਦੇ ਸਮੇਂ ਉਹਨਾਂ ਨੇ ਜਿਗਿਆਸਾ ਵਸ ਉਹਨਾਂ ਨੂੰ ਪੁੱਛਿਆ, ਆਪ ਜੀ ਦਾ ਅਧਿਆਤਮਿਕ ਗੁਰੂ ਕੌਣ ਹੈ? ਇਸ ਪ੍ਰਸ਼ਨ ਦੇ ਉੱਤਰ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਨੇ ਕਿਹਾ, ਮੈਂ ਅਜੇ ਤੱਕ ਗੁਰੂ ਧਾਰਨ ਨਹੀਂ ਕੀਤਾ। ਇਹ ਉੱਤਰ ਸੁਣਦੇ ਹੀ ਵੈਸ਼ਨਵ ਸਾਧੂ ਬਹੁਤ ਛਟਪਟਾਇਆ ਅਤੇ ਕਹਿਣ ਲੱਗਾ, ਮੇਰਾ ਧਰਮ ਭ੍ਰਸ਼ਟ ਹੋ ਗਿਆ। ਮੈਂ ਇੱਕ ਗੁਰੂ ਵਿਹੀਨ ਵਿਅਕਤੀ ਦੇ ਹੱਥੋਂ ਖਾਂਦਾ ਪੀਂਦਾ ਰਿਹਾ। ਉਹ ਆਪਣੇ ਆਪ ਨੂੰ ਕੋਸਦਾ ਹੋਇਆ ਚਲਾ ਗਿਆ। ਇਸ ਘਟਨਾ ਦਾ ਗੁਰੂ ਅਮਰਦਾਸ ਜੀ ਦੇ ਹਿਰਦੇ ਤੇ ਗਹਿਰਾ ਅਸਰ ਹੋਇਆ ਅਤੇ ਉਹ ਵਿਚਾਰਨ ਲੱਗੇ ਕਿ ਮੈਂ ਜ਼ਿੰਦਗੀ ਦੇ ਅਨਮੋਲ 60 ਸਾਲ ਵਿਅਰਥ ਕਰ ਦਿੱਤੇ। ਕਿ ਗੁਰੂਹੀਨ ਵਿਅਕਤੀ ਦੀ ਗਤ ਸੰਭਵ ਨਹੀਂ। ਇਸੇ ਚਿੰਤਾ ਵਿੱਚ ਜਦੋਂ ਉਹ ਅਗਲੇ ਪੜਾਅ ਤੇ ਮੇਰੀ ਗ੍ਰਾਮ ਦੁਰਗਾ ਬ੍ਰਾਹਮਣ ਦੀ ਧਰਮਸ਼ਾਲਾ ਵਿੱਚ ਵਿਸ਼ਰਾਮ ਕਰ ਰਹੇ ਸਨ, ਜੋ ਕਿ ਜੋਤਿਸ਼ ਵਿਦਿਆ ਦਾ ਵੀ ਗਿਆਤਾ ਸੀ, ਉਹਨਾਂ ਨੇ ਗੁਰੂ ਅਮਰਦਾਸ ਜੀ ਦੇ ਚਰਨਾਂ ਨੂੰ ਦੇਖਿਆ ਕਿ ਉਹ ਚਮਕ ਰਹੇ ਸੀ। ਉਸਨੇ ਧਿਆਨ ਦਿੱਤਾ ਤਾਂ ਉਸ ਦੀ ਵਿਦਿਆ ਅਨੁਸਾਰ ਉਹ ਪਦਮ ਰੇਖਾ ਸੀ ਜੋ ਕਿਸੇ ਪ੍ਰਾਕਰਮੀ ਪੁਰਖ ਅਥਵਾ ਚੱਕਰਵਰਤੀ ਸਮਰਾਟ ਦੇ ਚਰਨਾਂ ਵਿੱਚ ਹੁੰਦੀ ਹੈ। ਗੁਰੂ ਅਮਰਦਾਸ ਜੀ ਦੇ ਜਾਗਣ ਤੇ ਉਸਨੇ ਪੁੱਛਿਆ, आप कौन है? मेरी विद्या अनुसार आप साधारण व्यक्ति नहीं हो सकते क्योंकि आप जी दे चरण विच पदम रेखा है। ਇਸ ਤੇ ਗੁਰੂ ਅਮਰਦਾਸ ਜੀ ਨੇ ਦੱਸਿਆ ਕਿ ਉਹ ਤਾਂ ਇੱਕ ਸਧਾਰਨ ਵਿਅਕਤੀ ਹੀ ਹਨ। ਇਹ ਉੱਤਰ ਸੁਣ ਕੇ ਉਹ ਪੰਡਤ ਬਹੁਤ ਹੈਰਾਨ ਹੋਇਆ, ਪਰ ਕੁਝ ਸੋਚ ਕੇ ਕਹਿਣ ਲੱਗਾ, नहीं नहीं, मेरी विद्या गलत नहीं हो सकती। जेकर आप प्राकर्मी पुरुष नहीं हो, जल्द ही का आपनू कोई तेजस प्राप्त होने वाला है। ਸਤਨਾਮ ਸ਼੍ਰੀ ਵਾਹਿਗੁਰੂ।